ਵਾਹਿਗੁਰੂ जी का खालसा वाहिगुरू जी की फतेह। ਅੱਜ ਵਿਨਾਇਕ ਦਮੋਦਰ ਸਾਵਰਕਰ ਜਿਸ ਦਾ ਜਨਮ ਦਿਨ ਹੈ ਔਰ ਬੀਜੇਪੀ ਨੇ ਕਰਨਾਟਕਾ ਦੇ ਵਿੱਚ ਸਾਵਰਕਰ ਦੇ ਨਾਂ ਦੇ ਉੱਤੇ ਇੱਕ ਫਲਾਈਓਵਰ ਦਾ ਨਾਮ ਰੱਖਣ ਦਾ ਫੈਸਲਾ ਲਿਆ ਹੈ। ਇਹ ਕੋਈ ਹੈਰਾਨੀ ਦੀ ਗੱਲ ਨਹੀਂ ਹੈ ਕਿ ਜਦੋਂ ਵੀ ਬੀਜੇਪੀ ਆਰਐਸਐਸ ਪਾਵਰ ਦੇ ਵਿੱਚ ਆਉਂਦੀ ਹੈ ਤਾਂ ਇਹ ਸਾਵਰਕਰ ਨੂੰ ਹਮੇਸ਼ਾ ਹੀ ਪ੍ਰਮੋਟ ਕਰਦੀ ਹੈ, ਉਸ ਨੂੰ ਸ਼ਹੀਦ ਦੱਸਦੀ ਹੈ, ਉਸ ਨੂੰ ਫਰੀडम फाइटर ਦੱਸਦੀ ਹੈ, ਉਸ ਨੂੰ ਬਹਾਦਰ ਦੱਸਦੀ ਹੈ, ਉਸ ਨੂੰ ਇੱਕ ਬਹੁਤ ਵੱਡਾ ਦੇਸ਼ ਭਗਤ ਦੱਸਦੀ ਹੈ। ਔਰ ਇਸ ਤਰ੍ਹਾਂ ਹੀ ਜਦੋਂ ਕਾਂਗਰਸ ਆਉਂਦੀ ਹੈ ਪਾਵਰ ਦੇ ਵਿੱਚ ਤਾਂ ਉਹ ਮਹਾਤਮਾ ਗਾਂਧੀ ਜਾਂ ਹੋਰ ਨਹਿਰੂ ਫੈਮਿਲੀ ਹੈ ਉਹਨਾਂ ਦੇ ਨਾਂ ਦੇ ਉੱਤੇ ਹੀ ਸਾਰੀਆਂ ਸਕੀਮਾਂ ਰੱਖਦੀ ਹੈ। ਪਰ ਮੁੱਦਾ ਇਹ ਨਹੀਂ ਹੈ, ਆਪਾਂ ਇਹ ਗੱਲ ਕਰਨੀ ਹੈ ਕਿ ਵਾਕਿਆ ਹੀ ਇਹ ਸਾਵਰਕਰ ਕੋਈ ਬਹਾਦਰ ਸੀ, ਕੋਈ ਦੇਸ਼ ਭਗਤ ਸੀ, ਫਰੀडम फाइटर ਸੀ ਜਾਂ ਸ਼ਹੀਦ ਸੀ। ਇਹਦੇ ਬਾਰੇ ਆਪਾਂ ਗੱਲ ਕਰਨੀ ਹੈ। ਇਸ ਤੋਂ ਪਹਿਲਾਂ ਮੈਂ ਬੇਨਤੀ ਕਰਾਂ ਕਿ ਜਿਨ੍ਹਾਂ ਨੇ ਮੇਰਾ ਚੈਨਲ ਸੁਖਦੇਵ ਸਿੰਘ ਟਾਹਲੀ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੈਣ ਔਰ ਬੈਲ ਆਈਕਨ ਵੀ ਦਬਾ ਦੇਣਾ ਤਾਂ ਕਿ ਜਦੋਂ ਵੀ ਆਪਾਂ ਕੋਈ ਵੀਡੀਓ ਪਾਉਂਦੇ ਹਾਂ ਉਹ ਤੁਹਾਡੇ ਤੱਕ ਪਹੁੰਚ ਸਕੇ। ਸਾਵਰਕਰ ਦਾ ਜਿਹੜਾ ਜਨਮ ਹੈ ਇਹ 28 ਮਈ 1883 ਨੂੰ ਮਹਾਰਾਸ਼ਟਰ ਦੇ ਵਿੱਚ ਨਾਸਿਕ ਦੇ ਲਾਗੇ ਪਿੰਡ ਉੱਥੇ ਹੋਇਆ ਔਰ ਇਹ ਮੁੱਢਲੀ ਪੜ੍ਹਾਈ ਕਰਨ ਤੋਂ ਬਾਅਦ UK ਇੰਗਲੈਂਡ ਦੇ ਵਿੱਚ ਜਾਂਦਾ, ਉੱਥੇ ਲਾ ਦੀ ਪੜ੍ਹਾਈ ਕਰਦਾ ਹੈ ਔਰ ਉੱਥੇ ਜਾ ਕੇ ਇਹ ਆਪਣਾ ਆਰਗੇਨਾਈਜੇਸ਼ਨ ਜਾਂ ਇੰਡੀਆ ਹਾਊਸ ਫ੍ਰੀ ਇੰਡੀਆ ਸੁਸਾਇਟੀ ਹੈ ਉਹਨਾਂ ਨੂੰ ਜੁਆਇਨ ਕਰਦਾ ਹੈ। ਇਹ ਜ਼ਿਆਦਾ ਇਹਦਾ ਪਰਪਸ ਇਹ ਰਹਿੰਦਾ ਹੈ ਕਿ ਜੋ ਹਿੰਦੂਤਵ ਦਾ ਜੋ ਆਈਡੀਓਲੋਜੀ ਦਾ ਜਿਹੜਾ ਬੰਦਾ ਸੀ ਇਹ ਉਸ ਨੂੰ ਅੱਗੇ ਪ੍ਰਮੋਟ ਕਰਦਾ ਸੀ। ਅਤੇ ਜਦੋਂ 1857 ਦੇ ਵਿੱਚ ਰਿਵੋਲਟ ਹੋਈ ਸੀ ਜਿਹੜੀ ਮੇਰਠ ਤੋਂ ਸ਼ੁਰੂ ਹੋਈ ਸੀ ਕਿ ਜਿਸ ਨੂੰ ਫਸਟ ਵਾਰ ਆਫ ਇੰਡੀਪੈਂਡੈਂਸ ਵੀ ਕਹਿੰਦੇ ਹਨ, ਪਰ ਇਹ ਜਿਹੜੀ ਰਿਵੋਲਟ ਸੀ ਇਹ ਪੂਰੀ ਤਰ੍ਹਾਂ ਜਿਹੜੀ ਸੀ ਅਨਸਕਸੈਸਫੁਲ ਹੋਈ ਸੀ, ਇਹ ਪੂਰੀ ਤਰ੍ਹਾਂ ਫੇਲ ਰਹੀ ਸੀ ਔਰ ਇਸ ਨੇ ਉੱਥੇ ਇਹਦੇ ਬਾਰੇ ਵੀ ਲਿਖਿਆ। ਔਰ 1910 ਦੇ ਵਿੱਚ ਜੋ ਬ੍ਰਿਟਿਸ਼ ਗਵਰਨਮੈਂਟ ਸੀ ਅਰੈਸਟਡ ਹਿਮ ਦੇਅਰ 1910 ਦੇ ਵਿੱਚ ਐਂਡ ਬ੍ਰਿਟਿਸ਼ ਗਵਰਨਮੈਂਟ ਜਿਹੜਾ ਹੈ ਇਹ ਆਰਡਰਡ ਕਿ ਦਿਸ ਮੈਨ ਸ਼ੁੱਡ ਬੀ ਐਕਸਟ੍ਰਾਡੀਟਡ ਟੂ ਇੰਡੀਆ, ਕਿ ਇਸ ਨੂੰ ਜਿਹੜਾ ਹੈ ਇੰਡੀਆ ਇਹਦਾ ਪ੍ਰਤਿਓਪਨ ਜਿਹੜਾ ਹੈ ਕਰ ਦੇਣਾ ਚਾਹੀਦਾ ਹੈ। ਅਤੇ ਜਦੋਂ ਇਸ ਨੂੰ ਇਹ ਸਮੁੰਦਰੀ ਜਹਾਜ਼ ਦੇ ਦੁਆਰਾ ਲੈ ਕੇ ਇੰਡੀਆ ਲਿਆਇਆ ਜਾ ਰਿਹਾ ਸੀ ਤਾਂ ਇਸ ਨੇ ਉੱਥੋਂ ਜਿਹੜਾ ਸੀ ਦੌੜਨ ਦੀ ਕੋਸ਼ਿਸ਼ ਵੀ ਕੀਤੀ ਔਰ ਸਫਲ ਵੀ ਹੋ ਗਿਆ ਔਰ ਉਸ ਤੋਂ ਬਾਅਦ ਇਹ ਫਰਾਂਸ ਦੇ ਵਿੱਚ ਵੜ ਜਾਂਦਾ ਹੈਗਾ ਔਰ ਉੱਥੇ ਦੀ ਜਿਹੜੀ ਗੌਰਮੈਂਟ ਨੂੰ ਮਿਲ ਕੇ ਉੱਥੇ ਅਸਾਈਲਮ ਲੈਣ ਦੀ ਕੋਸ਼ਿਸ਼ ਕਰਦਾ ਹੈ, ਰਾਜਨੀਤਿਕ ਸ਼ਰਨ ਲੈਣ ਦੀ ਕੋਸ਼ਿਸ਼ ਕਰਦਾ ਹੈ, ਪਰ ਉੱਥੋਂ ਜਿਹੜੀ ਫਰੈਂਚ ਗਵਰਨਮੈਂਟ ਸੀ ਉਹ ਰਿਫਿਊਜ਼ ਕਰ ਦਿੰਦੀ ਹੈ ਔਰ ਇਸ ਨੂੰ ਜੋ ਹੈ ਬ੍ਰਿਟਿਸ਼ ਗਵਰਨਮੈਂਟ ਨੂੰ ਹੈਂਡਓਵਰ ਕਰ ਦਿੰਦੀ ਹੈ। ਫਿਰ ਬ੍ਰਿਟਿਸ਼ ਗਵਰਨਮੈਂਟ ਇਸ ਨੂੰ ਜਦੋਂ ਇੰਡੀਆ ਲੈ ਕੇ ਆਉਂਦੀ ਹੈ ਅਤੇ ਇਸ ਨੂੰ 50 ਸਾਲ ਦੀ ਸਜ਼ਾ ਜਿਹੜੀ ਹੈ ਉਹ ਸੁਣਾਈ ਜਾਂਦੀ ਹੈ ਔਰ ਇਸ ਨੂੰ ਸੈਲੂਲਰ ਜੇਲ੍ਹ ਇਸ ਨੂੰ ਅੰਡੇਮਾਨ ਨਿਕੋਬਾਰ ਭੇਜ ਦਿੱਤਾ ਜਾਂਦਾ ਹੈ। ਉੱਥੋਂ ਇਹ ਲੈਟਰ ਲਿਖਦਾ ਹੈ, 3 ਤੋਂ 5 ਲੈਟਰ ਲਿਖਦਾ ਹੈ ਬ੍ਰਿਟਿਸ਼ ਗਵਰਨਮੈਂਟ ਨੂੰ ਕਿ ਮੈਂ ਤੁਹਾਡਾ ਬੱਚਾ ਹਾਂ, ਮੇਰੇ ਕੋਲੋਂ ਬਹੁਤ ਵੱਡੀ ਗਲਤੀ ਹੋ ਗਈ ਹੈ, ਮੈਨੂੰ ਮਾफ़ ਕਰ ਦਿੱਤਾ ਜਾਵੇ। 3 ਤੋਂ 5 ਲੈਟਰ ਲਿਖਦਾ ਹੈ ਔਰ ਇਹ ਪਲੈਜ ਦਿੰਦਾ ਹੈ ਕਿ ਮੈਂ ਤੁਹਾਡੇ ਨਾਲ ਮਿਲ ਕੇ ਕੰਮ ਕਰਾਂਗਾ, ਜੋ ਤੁਸੀਂ ਬੋਲੋਗੇ ਮੈਂ ਉਹੀ ਕਰਦਾ ਰਹਾਂਗਾ। ਔਰ ਇਸ ਨੂੰ ਫਿਰ ਜਿਹੜਾ ਹੈ ਇਹ ਛੱਡ ਦਿੱਤਾ ਜਾਂਦਾ ਹੈ ਔਰ ਬਾਅਦ ਵਿੱਚ ਇਹ ਜਿਹੜੀ ਫਰੀडम ਮੂਵਮੈਂਟ ਹੈ ਹਮੇਸ਼ਾ ਇਹ ਜਿਹੜਾ ਹੈ ਇਹਨਾਂ ਦਾ ਵਿਰੋਧ ਕਰਦਾ ਹੈ। ਇਹ ਕਿਸੇ ਵੀ ਫਰੀडम ਮੂਵਮੈਂਟ ਦੇ ਵਿੱਚ ਜਿਹੜੀ ਇੰਡੀਆ ਦੀ ਆਜ਼ਾਦੀ ਦੀ ਮੂਵਮੈਂਟ ਦੇ ਵਿੱਚ ਇਹ ਕੋਈ ਪਾਰਟੀਸਪੇਟ ਨਹੀਂ ਕਰਦਾ, ਸਗੋਂ ਜਿੰਨੀਆਂ ਵੀ ਮੂਵਮੈਂਟ ਹੋਈਆਂ, ਕੁਇਟ ਇੰਡੀਆ ਮੂਵਮੈਂਟ ਹੋਈ ਜਾਂ ਸੁਭਾਸ਼ ਚੰਦਰ ਬੋਸ ਨੇ ਵੀ ਸ਼ੁਰੂ ਕੀਤੀ, ਉਸ ਦਾ ਇਹਨੇ ਵਿਰੋਧ ਕੀਤਾ ਹੈ ਔਰ ਜਿਹੜੀ ਇਹ ਜੋ ਹਿੰਦੂਤਵ ਦਾ ਜਿਹੜਾ ਏਜੰਡਾ ਹੈ ਇਹ ਆਈਡੀਓਲੋਜੀ ਹੈ ਉਸ ਨੂੰ ਪ੍ਰਮੋਟ ਕਰਦਾ ਹੈ। ਇਹ ਪਹਿਲੇ ਹਿੰਦੂ ਮਹਾਸਭਾ ਸੀ ਇਹਦੀ ਔਰ ਉਸ ਤੋਂ ਬਾਅਦ ਇਸ ਨੇ ਜਿਹੜਾ ਹੈ 1925 ਦੇ ਵਿੱਚ RSS ਜੁਆਇਨ ਕਰ ਲਈ ਸੀ ਜਿਹਦਾ ਪਹਿਲਾ ਮੁਖੀ ਗੋਵਲਕਰ ਸੀ ਔਰ ਇਸ ਨੇ ਜਿਹੜਾ ਹੈ ਇਹ ਦੂਸਰੇ ਧਰਮ ਜਿਹੜੀ ਮਾਈਨੋਰਟੀ ਸੀ, ਚਾਹੇ ਉਹ ਸਿੱਖ ਸੀ, ਮੁਸਲਮਾਨ ਸੀ ਜਾਂ ਬਾਕੀ ਧਰਮ ਸੀ ਜਿਹੜੇ ਉਹਨਾਂ ਦੇ ਇਤਿਹਾਸ ਨੂੰ ਡਿਸਟੋਰਟ ਕਰਨਾ, ਉਹਨਾਂ ਦੇ ਸਿਧਾਂਤਾਂ ਨੂੰ ਡਿਸਟੋਰਟ ਕਰਨਾ, ਉਹਨਾਂ ਦੀ ਵਿਚਾਰਧਾਰਾ ਨੂੰ ਡਿਸਟੋਰਟ ਕਰਨਾ, ਉਹ ਜਿਹੜਾ ਹੈ ਇਸ ਸ਼ਖਸ ਦਾ ਜਿਹੜਾ ਹੈ ਇਹ ਕੰਮ ਰਹਿੰਦਾ ਸੀ।
ਔਰ ਇਸਨੇ ਕਈ ਸਾਰੀਆਂ ਕਿਤਾਬਾਂ ਲਿਖੀਆਂ ਜਿਹਦੇ ਵਿੱਚ ਜਿਹੜਾ ਹੈ ਮੁਸਲਮਾਨਾਂ ਦੇ ਅਗੇਂਸਟ ਵਿੱਚ, ਸਿੱਖਾਂ ਦੇ ਅਗੇਂਸਟ ਦੇ ਵਿੱਚ ਜਿਹੜਾ ਹੈ ਬਹੁਤ ਕੁਝ ਲਿਖਿਆ ਹੈ। ਔਰ ਉਹ ਜੋ ਹਿੰਦੂਤਵ ਵਾਲਾ ਜਿਹੜਾ ਏਜੰਡਾ ਹੈ, ਅੱਗੇ RSS ਜਿਹੜੀ ਹੈ ਉਸ ਨੂੰ ਅੱਜ ਵੀ ਜਿਹੜੀ ਹੈ ਉਸ ਨੂੰ ਫੋਲੋ ਕਰਦੀ ਆ ਰਹੀ ਹੈ। ਔਰ ਇਹ ਦੇਸ਼ ਦੇ ਵਿੱਚ ਅੱਜ ਵੀ ਜਿਹੜੀ ਹੇਟਡ ਹੈ ਹਿੰਦੂ ਮੁਸਲਮਾਨ ਜਾਂ ਹਿੰਦੂ ਜੋ ਹੈ ਜੋ ਕਹਿ ਸਕਦੇ ਹਾਂ ਕਿ ਮਾਈਨੋਰਟੀ ਦੇ ਅਗੇਂਸਟ ਵਿੱਚ ਜਿਹੜਾ ਏਜੰਡਾ ਚਲਾਇਆ ਜਾਂਦਾ ਹੈ, ਉਹ ਸਾਰੀ ਜਿਹੜੀ ਹੈ ਇਸ ਸ਼ਖਸ ਦੀ ਦੇਣ ਹੈ। ਔਰ 1948 ਦੇ ਵਿੱਚ ਜਦੋਂ ਮਹਾਤਮਾ ਗਾਂਧੀ ਦਾ ਮਰਡਰ ਹੁੰਦਾ ਹੈ ਤਾਂ ਫਿਰ ਇਸ ਸ਼ਖਸ ਨੂੰ ਜਿਹੜਾ ਹੈ ਅਰੈਸਟ ਕੀਤਾ ਜਾਂਦਾ ਹੈ ਕੌਂਸਪਾਇਰੇਟਰ ਦੇ ਰੂਪ ਵਿੱਚ, ਵੀ ਇਹਨੇ ਵੀ ਜਿਹੜੀ ਕੌਂਸਪਾਇਰੇਸੀ ਕੀਤੀ ਹੈ ਮਹਾਤਮਾ ਗਾਂਧੀ ਨੂੰ ਮਾਰਨ ਦੇ ਵਿੱਚ, ਇਹ ਵੀ ਜਿਹੜਾ ਹੈ ਇਹ ਸ਼ਾਮਲ ਹੈ। ਪਰ ਡਿਊ ਟੂ ਲੈਕ ਆਫ ਐਵੀਡੈਂਸ ਜਿਹੜਾ ਹੈ ਕੋਰਟ ਇਸ ਨੂੰ ਛੱਡ ਦਿੰਦੀ ਹੈ। ਔਰ ਇਹਦੀ ਜਿਹੜੀ ਹੈ ਫਿਰ 1966 ਦੇ ਵਿੱਚ ਇਹਦੀ ਬੰਬੇ ਦੇ ਵਿੱਚ ਆਪਣੇ ਘਰ ਦੇ ਵਿੱਚ ਬਿਮਾਰੀ ਦੇ ਨਾਲ ਇਹਦੀ ਜਿਹੜੀ ਹੈ ਡੈਥ ਹੋ ਜਾਂਦੀ ਹੈ। ਹੁਣ ਤੁਸੀਂ ਆਪ ਸਮਝ ਸਕਦੇ ਹੋ ਕਿ ਇਸ ਆਜ਼ਾਦੀ ਦੀ ਲਹਿਰ ਦੇ ਵਿੱਚ ਇਸ ਜਿਹੜਾ ਹੈ ਸ਼ਖਸ ਦਾ ਕੀ ਰੋਲ ਹੈ, ਜਿਸ ਨੂੰ BJP RSS ਜਿਸ ਨੂੰ ਵੀਰ ਕਹਿੰਦੀ ਹੈ, ਵੀਰ ਤੋਂ ਭਾਵ ਬਹਾਦਰ ਕਹਿੰਦੀ ਹੈ, ਕਿ ਬਹਾਦਰ ਕਿਸ ਤਰ੍ਹਾਂ ਕਿਹਾ ਜਾ ਸਕਦਾ ਹੈ ਕਿ ਜਿਸ ਨੇ ਬ੍ਰਿਟਿਸ਼ ਗਵਰਨਮੈਂਟ ਤੋਂ ਜਿਹੜੀਆਂ ਮੁਆਫੀਆਂ ਮੰਗੀਆਂ ਹੋਣ, ਲੈਟਰ ਲਿਖ ਕੇ ਮੁਆਫੀਆਂ ਮੰਗੀਆਂ ਹੋਣ ਔਰ ਪਲੈਜ ਦਿੱਤੀ ਹੋਵੇ ਕਿ ਮੈਂ ਤੁਹਾਡੇ ਨਾਲ ਹੀ ਕੰਮ ਕਰਾਂਗਾ ਮਿਲ ਕੇ। ਔਰ ਫਿਰ ਇਸ ਨੂੰ ਜਿਹੜਾ ਹੈ ਫਰੀडम फाइटर ਕਿਸ ਤਰ੍ਹਾਂ ਕਿਹਾ ਜਾ ਸਕਦਾ ਹੈ, ਪੈਟਰੀਅਟ ਕਿਸ ਤਰ੍ਹਾਂ ਕਿਹਾ ਜਾ ਸਕਦਾ ਹੈ ਕਿ ਜਿਸ ਨੇ ਜੋ ਆਜ਼ਾਦੀ ਦੀ ਲਹਿਰ ਸੀ ਜਿਹੜੀ ਸੀ ਉਹਨਾਂ ਦਾ ਸਗੋਂ ਵਿਰੋਧ ਕੀਤਾ ਹੋਵੇ। ਫਿਰ ਜਿਹੜਾ ਇੱਕ ਇਨਸਾਨ ਆਪਣੇ ਘਰ ਦੇ ਵਿੱਚ ਮਰਦਾ ਹੈ, ਬਿਮਾਰੀ ਦੇ ਨਾਲ ਮਰਦਾ ਹੈ, ਉਸ ਨੂੰ ਸ਼ਹੀਦ ਕਿਸ ਤਰ੍ਹਾਂ ਕਿਹਾ ਜਾ ਸਕਦਾ ਹੈ। ਇਹ ਜਿਹੜਾ ਹੈ BJP ਜੋ ਕਿ ਹਰ ਵਾਰ ਸਾਵਰਕਰ ਜੋ ਹੈ ਕਰਦੀ ਰਹਿੰਦੀ ਹੈ ਕਿ ਇਹ ਕਿਸੇ ਵੀ ਜਿਹੜਾ ਹੈ ਇਹ ਜਿਹੜੀਆਂ ਜਿੰਨਾ ਵੀ ਇਹਨੂੰ ਵੀਰ, ਪੈਟਰੀਅਟ, ਫਰੀडम फाइटर ਹੈ, ਸ਼ਹੀਦ ਹੈ, ਇਹ ਕਿਤੇ ਵੀ ਜਿਹੜਾ ਹੈ ਕਿਸੇ ਵੀ ਪੈਮਾਨੇ ਦੇ ਉੱਤੇ ਖਰਾ ਨਹੀਂ ਉਤਰਦਾ ਹੈ। ਔਰ ਫਿਰ ਉਹ ਜਿਹੜੇ ਸ਼ਹੀਦ ਹੋਏ ਸਾਡੇ ਭਗਤ ਸਿੰਘ ਹੋਇਆ, ਰਾਜਗੁਰੂ ਹੋਇਆ, ਸੁਖਦੇਵ ਹੋਇਆ, ਉਹਨਾਂ ਸ਼ਹੀਦਾਂ ਦੀ ਕਤਾਰ ਦੇ ਵਿੱਚ ਇਹਨੂੰ ਖੜਾ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਪਿੱਛੇ ਜੇ ਵੀ ਵਿਵਾਦ ਹੋਇਆ ਸੀ JNU ਦੇ ਵਿੱਚ ਜਿਹੜਾ ਹੈ ਇਹਦਾ ਵੀ ਜਿਹੜਾ ਬੁੱਤ ਉਹਦੇ ਲਾਗੇ ਉਹਨਾਂ ਦੇ ਲਾਗੇ ਲਗਾਉਣ ਦੀ ਕੋਸ਼ਿਸ਼ ਕੀਤੀ ਗਈ ਸੀ। ਇਹ ਜਦੋਂ ਵੀ ਦੋਨੋਂ ਪਾਰਟੀਆਂ ਹੁੰਦੀਆਂ ਹੈ ਉਹਨਾਂ ਨੇ ਮਹਾਤਮਾ ਗਾਂਧੀ ਜਾਂ ਨਹਿਰੂ ਫੈਮਿਲੀ ਦੀ ਗੱਲ ਕਰਨੀ ਹੈ ਔਰ ਇਹਨਾਂ ਨੇ BJP RSS ਨੇ ਜਿਹੜਾ ਹੈ ਸਿਰਫ ਗੱਲ ਕਰਨੀ ਹੈ ਸਾਵਰਕਰ ਦੀ ਗੱਲ ਕਰਨੀ ਹੈ। ਔਰ ਜਿਨ੍ਹਾਂ ਨੇ ਸਿੱਖਾਂ ਨੇ ਇਸ ਦੇਸ਼ ਨੂੰ ਆਜ਼ਾਦ ਕਰਾਉਣ ਲਈ ਇੰਨੀਆਂ ਕੁਰਬਾਨੀਆਂ ਦਿੱਤੀਆਂ ਜੋ ਹੈ ਉਹਨਾਂ ਦਾ ਕਿਸੇ ਵਿਸ਼ੇਸ਼ ਮੌਕਿਆਂ ਦੇ ਉੱਤੇ ਜਾਂ ਜਦੋਂ ਇੰਡੀਪੈਂਡੈਂਸ ਡੇ ਹੁੰਦਾ ਹੈ ਕੋਈ ਜ਼ਿਕਰ ਨਹੀਂ ਹੁੰਦਾ। ਇਸ ਜੋ ਫਰੀडम ਸਟਰਗਲ ਦੇ ਵਿੱਚ 121 ਫਾਂਸੀਆਂ ਹੁੰਦੀਆਂ ਟੋਟਲ, 93 ਫਾਂਸੀਆਂ ਕੇਵਲ ਸਿੱਖਾਂ ਨੂੰ ਹੁੰਦੀਆਂ। 2646 ਲੋਕਾਂ ਨੂੰ ਕਾਲੇ ਪਾਣੀ ਦੀ ਸਜ਼ਾ ਹੁੰਦੀ ਹੈ। 2147 ਜਿਹੜੇ ਹੈ ਕੇਵਲ ਸਿੱਖ ਹੁੰਦੇ। ਇਹ ਸੈਲੂਲਰ ਜੇਲ੍ਹ ਜਿਹਦੀ ਅੰਡੇਮਾਨ ਐਂਡ ਨਿਕੋਬਾਰ ਜੇਲ੍ਹ ਦੀ ਗੱਲ ਕਰਦੇ ਹਾਂ। ਔਰ ਜਲਿਆਂਵਾਲਾ ਬਾਗ ਦੇ ਵਿੱਚ 800 ਸਿੱਖਾਂ ਦੀ ਉੱਥੇ ਜਿਹੜਾ ਹੈ ਡੈਥ ਹੁੰਦੀ ਹੈ। ਫਿਰ ਇੱਕ ਜੋ ਗੁੱਗਾ ਲਹਿਰ ਚੱਲੀ ਸੀ 91 ਸਿੱਖਾਂ ਦੀ ਉੱਥੇ ਹੁੰਦੀ। ਅਕਾਲੀ ਲਹਿਰ ਦੇ ਵਿੱਚ 500 ਤੋਂ ਜ਼ਿਆਦਾ ਸਿੱਖ ਜਿਹੜੇ ਸ਼ਹੀਦ ਹੁੰਦੇ ਹਨ। ਹੋਰ ਵੀ ਜਿੰਨੇ ਵੀ ਛੋਟੇ ਵੱਡੇ ਜਿਹੜੇ ਘੱਲੂਘਾਰੇ ਹੋਏ ਉਹਨਾਂ ਨੂੰ ਤਾਂ ਤੁਸੀਂ ਛੱਡ ਹੀ ਦਿਓ ਕਿ ਸਿੱਖਾਂ ਦੀਆਂ ਇੰਨਾ ਯੋਗਦਾਨ ਰਿਹਾ, ਇੰਨੀਆਂ ਕੁਰਬਾਨੀਆਂ ਰਹੀਆਂ ਹੈ ਇਸ ਦੇਸ਼ ਨੂੰ ਆਜ਼ਾਦ ਕਰਾਉਣ ਵਾਸਤੇ। ਪਰ ਤੁਸੀਂ ਦੇਖਿਆ ਹੈ ਕਿ ਕਦੀ ਕੋਈ ਸਰਕਾਰਾਂ ਦੇ ਦੁਆਰਾ ਸਿੱਖਾਂ ਦਾ ਕੋਈ ਗੁਣਗਾਨ ਕੀਤਾ ਹੋਵੇ? ਜਾਂ ਗੁਰੂ ਗੋਬਿੰਦ ਸਿੰਘ ਜੀ ਨੇ 14 ਜੰਗਾਂ ਲੜੀਆਂ, ਗੁਰੂ ਹਰਗੋਬਿੰਦ ਜੀ ਨੇ 4 ਜੰਗਾਂ ਲੜੀਆਂ ਔਰ ਮੁਗਲਾਂ ਤੋਂ ਇਸ ਦੇਸ਼ ਦਾ ਛੁਟਕਾਰਾ ਕਰਾਇਆ, ਜਿਸ ਨੂੰ ਜੋ ਹੈ ਗੁਰੂ ਗੋਬਿੰਦ ਸਿੰਘ ਜੀ ਨੂੰ ਫਾਦਰ ਆਫ ਨੇਸ਼ਨ ਜਿਹੜਾ ਕਹਿਣਾ ਚਾਹੀਦਾ ਸੀ, ਉਹਨਾਂ ਨੂੰ ਇਹ ਖਿਤਾਬ ਦੇਣਾ ਚਾਹੀਦਾ ਸੀ। ਪਰ ਇਹ ਇਸ ਦੇਸ਼ ਦੀ ਤੁਸੀਂ ਅਕਿਰਤ ਘਣਤਾ ਨਹੀਂ ਕਹੋਗੇ ਤਾਂ ਹੋਰ ਕੀ ਕਹੋਗੇ? ਜੋ ਹੈ ਜਿਨ੍ਹਾਂ ਨੇ ਇੰਨੀਆਂ ਕੁਰਬਾਨੀਆਂ ਕੀਤੀਆਂ, ਇੰਨੀਆਂ ਕੁਰਬਾਨੀਆਂ ਦਿੱਤੀਆਂ ਇਸ ਦੇਸ਼ ਨੂੰ ਆਜ਼ਾਦ ਕਰਾਉਣ ਵਾਸਤੇ, ਮੁਗਲਾਂ ਤੋਂ ਛੁਟਕਾਰਾ ਪਾਉਣ ਵਾਸਤੇ, ਉਹਨਾਂ ਦਾ ਕੋਈ ਨਾਮ ਨਹੀਂ ਹੈ। ਔਰ ਉਹਨਾਂ ਲੋਕਾਂ ਦੇ ਜਿਨ੍ਹਾਂ ਦਾ ਕੋਈ ਯੋਗਦਾਨ ਨਹੀਂ, ਕੋਈ ਇਹ ਜੋ ਆਜ਼ਾਦੀਆਂ ਹੈ ਇੱਕ ਚਰਖੇ ਦੇ ਨਾਲ ਨਹੀਂ ਆਉਂਦੀਆਂ, ਇਹ ਜਿਹੜੀਆਂ ਸ਼ਹਾਦਤਾਂ ਦਿੱਤੀਆਂ ਉਹਦੇ ਨਾਲ ਆਈਆਂ ਹਨ।
इन्ना ਸਿੰਘਾਂ ਸਿੰਘਣੀਆਂ ਨੇ ਜਿਹੜੀਆਂ ਇੰਨੀਆਂ ਸ਼ਹੀਦੀਆਂ ਦਿੱਤੀਆਂ, ਉਹਦੇ ਨਾਲ ਇਹ ਆਜ਼ਾਦੀ ਮਿਲੀ ਹੈ। ਪਰ ਸਿੱਖਾਂ ਨੂੰ ਆਜ਼ਾਦੀ ਤੋਂ ਬਾਅਦ ਮਿਲਿਆ ਕੀ ਹੈ? ਇੱਕ ਪੰਜਾਬੀ ਸੂਬਾ ਲੈਣ ਵਾਸਤੇ ਵੀ ਇੰਨਾ ਸੰਘਰਸ਼ ਕਰਨਾ ਪਿਆ ਸੀ, ਇੰਨੇ ਮੋਰਚੇ ਲਗਾਉਣੇ ਪਏ ਸੀ, ਔਰ ਅੱਜ ਤੱਕ ਉਹਦੀ ਜਿਹੜੀ ਹੈ ਇੱਕ ਰਾਜਧਾਨੀ ਨਹੀਂ ਮਿਲ ਪਾਈ ਹੈ। ਤੇ ਸਿੱਖਾਂ ਦੇ ਨਾਲ ਹਮੇਸ਼ਾ ਜਿਹੜਾ ਹੈ ਵਿਤਕਰਾ ਹੀ ਹੁੰਦਾ ਆਇਆ ਹੈ। ਔਰ ਇਹ ਸਾਵਰਕਰ ਦੀ ਆਪਾਂ ਗੱਲ ਕਰਨੀ ਹੈ ਕਿ ਇਹ ਕੋਈ ਸਿੱਧੇ ਜਿਹੜਾ ਸ਼ਬਦਾਂ ਦੇ ਵਿੱਚ ਕਹਿ ਸਕਦੇ ਹਾਂ, ਨਾ ਤਾਂ ਇਹ ਕੋਈ ਬਹਾਦਰ ਸੀ, ਨਾ ਇਹ ਕੋਈ ਪੈਟਰੀਓਟ ਸੀ, ਨਾ ਹੀ ਇਹ ਕੋਈ ਫਰੀडम फाइटर ਸੀ, ਔਰ ਨਾ ਹੀ ਇਹ ਕੋਈ ਸ਼ਹੀਦ ਸੀ। ਔਰ ਜਿਹੜੀ ਇਹਦੀ ਆਈਡੀਓਲੋਜੀ ਹੈ, ਜਿਹੜੀ ਅੱਜ ਜਿਹੜੀ ਹੈ ਨਫ਼ਰਤ ਅੱਜ ਵੀ ਜਿਹੜੀ ਚੱਲ ਰਹੀ ਹੈ, ਔਰ ਇਹਦੇ ਵਾਸਤੇ ਜਿਹੜਾ ਹੈ ਦੇਸ਼ ਨੂੰ ਆਜ਼ਾਦ ਕਰਾਉਣ ਵਾਸਤੇ ਮੁਸਲਮਾਨਾਂ ਨੇ ਵੀ ਜਿਹੜੀਆਂ ਹੈ ਬਹੁਤ ਸ਼ਹਾਦਤਾਂ ਦਿੱਤੀਆਂ, ਸਾਰੇ ਧਰਮ ਦੇ ਲੋਕਾਂ ਨੇ ਸ਼ਹਾਦਤਾਂ ਦਿੱਤੀਆਂ, ਪਰ ਸਭ ਤੋਂ ਵੱਧ ਯੋਗਦਾਨ ਜਿਹੜਾ ਹੈ ਉਹ ਸਿੱਖਾਂ ਦਾ ਰਿਹਾ ਹੈ। ਮੇਰੀ ਵੀਡੀਓ ਚੰਗੀ ਲੱਗੇ ਇਸ ਨੂੰ ਲਾਈਕ ਕਰਨਾ, ਸ਼ੇਅਰ ਕਰਨਾ, ਔਰ ਮੇਰੇ ਚੈਨਲ ਸੁਖਦੇਵ ਸਿੰਘ ਟਾਲੀ ਨੂੰ ਸਬਸਕ੍ਰਾਈਬ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।